ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 17 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 16 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਾਂਗੇ ਪੂਰੇ ਡਿਟੇਲ ਦੇ ਵਿੱਚ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? ਵੇਅਰ ਲਾਰਡ ਬੁੱਧਾ ਗੇਵ ਹਿਜ਼ ਫਸਟ ਸਰਮਨ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਨੇ, ਠੀਕ ਹੈ ਜੀ। ਸਟੈਟਿਕ ਜੀਕੇ ਦਾ ਵੀ ਇਹ ਇੱਕ ਪੱਖ ਨੇ ਜਿਹੜੇ ਕਿ ਇਹ ਕੁਐਸਚਨ ਵਾਰ-ਵਾਰ ਤੁਹਾਨੂੰ ਰਿਪੀਟ 'ਤੇ ਇਹ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਤਾਂ ਇਹ ਕੁਐਸਚਨ ਤੁਹਾਡੇ ਵਧੀਆ ਤਰੀਕੇ ਨਾਲ ਕਵਰ ਹੋਣੇ ਚਾਹੀਦੇ ਨੇ। ਤਾਂ ਮਹਾਤਮਾ ਬੁੱਧ ਦੇ ਬਾਰੇ ਆਪਾਂ ਪੜ੍ਹਦੇ ਹਾਂ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾ ਜਿਹੜਾ ਆਪਸ਼ਨ ਹੈ ਇਹ ਹੈ ਲੁੰਬਿਨੀ। ਲੁੰਬਿਨੀ ਦੇ ਵਿੱਚ ਕੀ ਹੋਇਆ ਸੀ? ਲੁੰਬਿਨੀ ਕਿੱਥੇ ਹੈਗਾ? ਲੁੰਬਿਨੀ ਆਪਣਾ ਨੇਪਾਲ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਲੁੰਬਿਨੀ ਦੇ ਵਿੱਚ ਮਹਾਤਮਾ ਬੁੱਧ ਦਾ ਕੀ ਹੋਇਆ ਸੀ? ਬਰਥ ਹੋਇਆ ਸੀ, ਠੀਕ ਹੈ ਜੀ, ਜਨਮ ਹੋਇਆ ਸੀ। ਇਹ ਤੁਸੀਂ ਯਾਦ ਰੱਖਣਾ, ਤਾਂ ਬਹੁਤ ਇੰਪੋਰਟੈਂਟ ਹੈ। ਕੁਸ਼ੀਨਗਰ ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀ, ਠੀਕ ਹੈ ਜੀ, ਜਿਹਨੂੰ ਆਪਾਂ ਨਿਰਵਾਣ ਦੀ ਪ੍ਰਾਪਤੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਬੋਧ ਗਇਆ ਦੇ ਵਿੱਚ ਆਪਾਂ ਨੂੰ ਪਤਾ ਕਿ ਇਹਨਾਂ ਨੂੰ ਐਨਲਾਈਟਮੈਂਟ ਹੋਈ ਸੀ, ਕਿਹਦੇ ਨੀਚੇ ਬੈਠ ਕੇ? ਬੋਧੀ ਟਰੀ ਦੇ ਨੀਚੇ ਬੈਠ ਕੇ, ਠੀਕ ਹੈ ਜੀ। ਤਾਂ ਇਹ ਬੋਧ ਗਇਆ ਕਿੱਥੇ ਹੈਗਾ? ਇਹ ਆਪਣਾ ਬਿਹਾਰ ਦੇ ਵਿੱਚ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਬੋਧ ਗਇਆ ਕਿੱਥੇ ਹੈ? ਬਿਹਾਰ ਦੇ ਵਿੱਚ। ਤਾਂ ਕਈ ਵਾਰੀ ਇਹ ਪੁੱਛ ਲੈਂਦੇ ਨੇ ਕਿ ਜਿਹੜਾ ਬੋਧ ਗਇਆ ਦੇ ਵਿੱਚ ਉਹ ਟਰੀ ਹੈ, ਉਹ ਮਤਲਬ ਕਿਹੜੀ ਚੀਜ਼ ਦਾ ਉਹ ਟਰੀ ਹੈ, ਠੀਕ ਹੈ। ਇਹ ਪੁੱਛ ਲੈਂਦੇ ਨੇ ਵੀ ਉਹ ਟਰੀ ਕਾਹਦਾ ਹੈਗਾ, ਠੀਕ ਹੈ ਜੀ। ਤਾਂ ਉਹ ਟਰੀ ਹੈਗਾ ਆਪਣਾ ਪੀਪਲ ਦਾ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਬਹੁਤ ਡੀਪਲੀ ਇਹ ਇਨਫੋਰਮੇਸ਼ਨਸ ਨੇ, ਕਈ ਵਾਰੀ ਪੁੱਛ ਲੈਂਦੇ ਨੇ। ਤਾਂ ਇਹ ਬਹੁਤ ਮੋਡਰੇਟ ਲੈਵਲ ਦੇ ਕੁਐਸਚਨਸ ਦੇ ਵਿੱਚ ਆਉਂਦੇ ਨੇ। ਪੀਪਲ ਦਾ ਟਰੀ ਹੈ ਉਹ, ਇਹ ਤੁਸੀਂ ਯਾਦ ਰੱਖਣਾ। ਤਾਂ ਬੋਧ ਗਇਆ ਦੇ ਵਿੱਚ। ਤਾਂ ਇਹਦਾ ਜਿਹੜਾ ਆਨਸਰ ਹੈ ਇਹ ਆਊਗਾ ਆਪਣਾ ਸਾਰਨਾਥ, ਠੀਕ ਹੈ ਜੀ। ਤਾਂ ਸਾਰਨਾਥ ਦੇ ਵਿੱਚ ਇਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ, ਜਦੋਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਐਨਲਾਈਟਮੈਂਟ ਹੋਈ ਸੀ। ਤਾਂ ਬੋਧ ਗਇਆ ਦੇ ਵਿੱਚ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਬਿਹਾਰ ਦੇ ਵਿੱਚ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਸਾਰੇ ਪੁਆਇੰਟ ਜਿੰਨੇ ਵੀ ਆਪਾਂ ਮਹਾਤਮਾ ਬੁੱਧ ਦੇ ਨਾਲ ਰਿਲੇਟਡ ਨੇ, ਇਹ ਆਪਾਂ ਯਾਦ ਕਰ ਲਏ ਨੇ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਜਿਹੜਾ ਆਪਣਾ ਬੁੱਧਿਸਟ ਲਿਟਰੇਚਰ ਹੈ, ਇਹ ਆਪਣਾ ਕਿਹੜੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸਾਰਾ? ਤਾਂ ਇਹ ਲਿਖਿਆ ਗਿਆ ਆਪਣਾ ਪਾਲੀ ਭਾਸ਼ਾ ਦੇ ਵਿੱਚ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਇਸ ਤੋਂ ਬਾਅਦ ਬੁੱਧਿਸਟ ਜਿਹੜਾ ਆਪਣਾ ਬੁੱਧ ਧਰਮ ਹੈ, ਇਹਦੇ ਵਿੱਚ ਜਿਹੜੇ ਆਪਣੇ ਮੰਦਰ ਹੁੰਦੇ ਨੇ ਬੁੱਧ ਧਰਮ ਦੇ, ਉਹਨਾਂ ਨੂੰ ਕੀ ਕਿਹਾ ਜਾਂਦਾ? ਉਹਨਾਂ ਨੂੰ ਮੋਨੈਸਟਰੀ ਕਿਹਾ ਜਾਂਦਾ। ਇਹ ਵੀ ਤੁਸੀਂ ਯਾਦ ਰੱਖਿਓ, ਕਈ ਵਾਰੀ ਪੁੱਛ ਲੈਂਦੇ ਨੇ, ਠੀਕ ਹੈ ਜੀ। ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ? ਬੁੱਧਿਸਟ ਮੋਨੈਸਟਰੀਜ਼ ਕਹਿੰਦੇ ਨੇ ਉਹਨਾਂ ਨੂੰ। ਇਹ ਤੁਸੀਂ ਯਾਦ ਰੱਖਿਓ। ਤਾਂ ਇਸ ਜਿੰਨੇ ਵੀ ਪੁਆਇੰਟ ਸੀ ਉਹ ਆਪਾਂ ਸਾਰੇ ਡਿਸਕਸ ਕਰ ਲਏ ਨੇ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਸਾਰਨਾਥ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬਲੈਕ ਪੈਗੋਡਾ ਮੰਦਰ ਕਿੱਥੇ ਸਥਿਤ ਹੈ? ਬਲੈਕ ਪੈਗੋਡਾ ਟੈਂਪਲ ਇਜ਼ ਸਿਚੁਏਟਡ ਇਨ ਮਹਾਰਾਸ਼ਟਰਾ, ਥਿਰੂਵਨੰਤਪੁਰਮ, ਮਹਾਬਲੀਪੁਰਮ ਜਾਂ ਬੋਧ ਗਇਆ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਕਈ ਵਾਰੀ ਪੁੱਛਿਆ ਗਿਆ ਕੁਐਸਚਨ ਹੈ। ਤਾਂ ਜਿੰਨੇ ਵੀ ਆਪਣੇ ਫੇਮਸ ਮੰਦਰ ਨੇ ਇੰਡੀਆ ਦੇ, ਇਹਨਾਂ ਦੇ ਬਾਰੇ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ। ਆਰਟ ਐਂਡ ਕਲਚਰ ਦਾ ਇਹ ਜਿਹੜਾ ਤੁਹਾਡਾ ਸਵਾਲ ਹੈ। ਤਾਂ ਇਹ ਜਿੰਨੇ ਵੀ ਆਪਣੇ ਸੈਸ਼ਨ ਨੇ, ਇਹਦੇ ਵਿੱਚ ਤੁਹਾਡੇ ਮਿਕਸਡ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ, ਜਿਹਦੇ ਵਿੱਚ ਤੁਹਾਡੇ ਆਰਟ ਐਂਡ ਕਲਚਰ, ਠੀਕ ਹੈ ਜੀ, ਕੰਪਿਊਟਰ, ਤਾਂ ਜਿੰਨੇ ਵੀ ਤੁਹਾਡੇ ਸਬਜੈਕਟ ਜੀਕੇ ਦੇ ਨਾਲ ਰਿਲੇਟਡ ਨੇ, ਉਹ ਹਰ ਇੱਕ ਸਬਜੈਕਟ ਦਾ ਕੁਐਸਚਨ ਤੁਹਾਨੂੰ ਇਹਦੇ ਵਿੱਚ ਮਿਲੂਗਾ। ਤਾਂ ਜਿੰਨੇ ਵੀ ਆਪਣੇ ਸੈਸ਼ਨ ਇਸ ਤੋਂ ਪਹਿਲਾਂ ਅਪਲੋਡ ਹੋਏ ਨੇ, ਉਹ ਤੁਸੀਂ ਸਾਰੇ ਜ਼ਰੂਰ ਅਟੈਂਡ ਕਰਿਓ, ਤੁਹਾਨੂੰ ਬਹੁਤ ਫਾਇਦਾ ਦੇਣਗੇ। ਤਾਂ ਬਲੈਕ ਪੈਗੋਡਾ ਜਿਹੜਾ ਮੰਦਰ ਹੈ ਇਹ ਕਿੱਥੇ ਹੈਗਾ? ਇਹ ਆਪਣਾ ਮਹਾਬਲੀਪੁਰਮ ਦੇ ਵਿੱਚ ਹੈ। ਮਹਾਬਲੀਪੁਰਮ ਕਿੱਥੇ ਹੈ? ਇਹ ਆਪਣਾ ਤਮਿਲਨਾਡੂ, ਠੀਕ ਹੈ ਜੀ, ਤੁਸੀਂ ਯਾਦ ਰੱਖਿਓ। ਤਾਂ ਮਹਾਬਲੀਪੁਰਮ ਕਿੱਥੇ ਹੈਗਾ? ਆਪਣਾ ਤਮਿਲਨਾਡੂ ਦੇ ਵਿੱਚ। ਤਾਂ ਬਹੁਤ ਫੇਮਸ ਮੰਦਰ ਹੈ ਇਹ, ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਮਹਾਬਲੀਪੁਰਮ ਦੇ ਵਿੱਚ ਹੈ ਬਲੈਕ ਪੈਗੋਡਾ, ਕਈ ਵਾਰੀ ਪੁੱਛਿਆ ਗਿਆ। ਤਾਂ ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਿਯਦਾਸੀ ਕਿਸ ਰਾਜੇ ਦਾ ਨਾਮ ਹੈ?
पियादासी इज़ द नेम ऑफ विच किंग? औरंगजेब, जहांगीर, अशोका या समुद्रगुप्ता? ਤਾਂ ਪਿयादासी ਜਿਹੜਾ ਇਹ ਨਾਮ ਹੈ ਇਹ ਕਿੱਥੋਂ ਨਿਕਲ ਕੇ ਆਇਆ? ਇਹ ਮਤਲਬ ਇਨਸਕ੍ਰਿਪਸ਼ਨ ਦੇ ਵਿੱਚੋਂ ਨਿਕਲ ਕੇ ਆਇਆ। ਇਨਸਕ੍ਰਿਪਸ਼ਨ ਹੁੰਦੀਆਂ ਨੇ ਮਤਲਬ ਜਿਹੜੀਆਂ ਸ਼ਿਲਾਲੇਖ ਹੁੰਦੇ ਨੇ, ਸ਼ਿਲਾਲੇਖ ਜਿਹੜੇ ਆਪਣੇ ਪੱਥਰਾਂ ਦੇ ਉੱਤੇ ਉਕਰੇ ਹੋਏ ਹੁੰਦੇ ਨੇ, ਠੀਕ ਹੈ ਜੀ। ਅਤੇ ਰਾਜਾ ਮਹਾਰਾਜਾ ਦੁਆਰਾ ਪਹਿਲਾਂ ਆਪਣੀ ਪ੍ਰਸ਼ੰਸਾ ਲਿਖਵਾਈ ਜਾਂਦੀ ਸੀ, ਜਿਹਨੂੰ ਪ੍ਰਸ਼ਸਤੀ ਵੀ ਕਿਹਾ ਜਾਂਦਾ ਸੀ, ਠੀਕ ਹੈ ਜੀ। ਤਾਂ ਇਨਸਕ੍ਰਿਪਸ਼ਨ ਕਿਹਾ ਜਾਂਦਾ ਸੀ। ਤਾਂ ਇੱਕ ਇਨਸਕ੍ਰਿਪਸ਼ਨ ਜਿਹੜੀ ਮਿਲੀ ਆ ਉਹਦੇ ਵਿੱਚ ਪਿयादासी ਇੱਕ ਨਾਮ ਮਿਲਿਆ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਜਿਹੜਾ ਆਪਣਾ ਔਰੰਗਜ਼ੇਬ ਹੈ, ਔਰੰਗਜ਼ੇਬ ਆਪਾਂ ਜਾਣਦੇ ਹਾਂ ਕਿ ਇਹ ਮੁਗਲ ਬਾਦਸ਼ਾਹ ਜਿਹੜਾ ਲਾਸਟ ਨਹੀਂ ਆਪਾਂ ਇਹਨੂੰ ਕਹਿ ਸਕਦੇ, ਲਾਸਟ ਇਹ ਉਹ ਮੁਗਲ ਬਾਦਸ਼ਾਹ ਹੈ ਜਿਹਦੇ ਟਾਈਮ 'ਤੇ ਮੁਗਲਿਆ ਸਾਮਰਾਜ ਦੀ ਜਿਹੜੀ ਤੂਤੀ ਬੋਲਦੀ ਸੀ। ਇਸ ਤੋਂ ਬਾਅਦ ਜਿਹੜੇ ਜਿੰਨੇ ਵੀ ਮੁਗਲ ਸਮਰਾਟ ਆਏ ਉਹ ਸਾਰੇ ਕਮਜ਼ੋਰ ਸੀ, ਠੀਕ ਹੈ ਜੀ। ਤਾਂ ਔਰੰਗਜ਼ੇਬ ਦੀ ਮੌਤ ਕਦੋਂ ਹੁੰਦੀ ਹੈ? 1707 ਈਸਵੀ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਔਰੰਗਜ਼ੇਬ ਨੇ ਟਾਈਟਲ ਕਿਹੜਾ ਐਕਸੈਪਟ ਕੀਤਾ ਸੀ? ਇਹਨੇ ਕੀਤਾ ਸੀ ਆਲਮਗੀਰ ਦਾ। ਤਾਂ ਇਹਨੂੰ ਆਲਮਗੀਰ ਔਰੰਗਜ਼ੇਬ ਵੀ ਕਿਹਾ ਜਾਂਦਾ ਸੀ, ਇਹ ਵੀ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਤਾਂ ਹੋਰ ਇਹਨੂੰ ਕੀ ਕਿਹਾ ਜਾਂਦਾ? ਹੋਰ ਇਹਨੂੰ ਜ਼ਿੰਦਾ ਪੀਰ ਵੀ ਕਿਹਾ ਜਾਂਦਾ। ਇਹ ਵੀ ਬਹੁਤ ਇੰਪੋਰਟੈਂਟ ਹੈ, ਵੀ ਕਈ ਵਾਰੀ ਪੁੱਛਿਆ ਗਿਆ ਕੁਐਸਚਨਾਂ ਦੇ ਵਿੱਚ। ਤਾਂ ਜ਼ਿੰਦਾ ਪੀਰ ਕਿਹਨੂੰ ਕਿਹਾ ਜਾਂਦਾ? ਇਹ ਵੀ ਆਪਣੇ ਔਰੰਗਜ਼ੇਬ ਨੂੰ ਕਿਹਾ ਜਾਂਦਾ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਜਹਾਂਗੀਰ ਦੇ ਬਾਰੇ ਆਪਾਂ ਨੂੰ ਪਤਾ ਹੀ ਹੈ ਕਿ 2 ਅੰਗਰੇਜ਼ ਆਏ ਸੀ। ਕੈਪਟਨ ਹੌਕਿੰਸ ਆਇਆ ਸੀ 1608 ਈਸਵੀ ਦੇ ਵਿੱਚ, ਅਤੇ ਉਸ ਤੋਂ ਬਾਅਦ ਆਇਆ ਸੀ 1613 ਈਸਵੀ ਦੇ ਵਿੱਚ ਆਇਆ ਸੀ ਸਰ ਥੋਮਸ ਰੂ, ਠੀਕ ਹੈ ਜੀ। ਤਾਂ 1608 ਵਾਲੇ ਨੂੰ ਕੈਪਟਨ ਹੌਕਿੰਸ ਨੂੰ ਮਨਜ਼ੂਰੀ ਨਹੀਂ ਮਿਲੀ ਸੀ ਸੂਰਤ ਦੇ ਵਿੱਚ ਫੈਕਟਰੀ ਲਾਉਣ ਦੀ। ਇਹ ਈਸਟ ਇੰਡੀਆ ਕੰਪਨੀ ਦੇ ਬੰਦੇ ਸੀ। ਤਾਂ 1613 ਵਾਲਾ ਸੀ ਜਿਹੜਾ ਸਰ ਥੋਮਸ ਰੂ ਨੂੰ ਜਿਹੜੀ ਉਹ ਮਨਜ਼ੂਰੀ ਮਿਲ ਗਈ ਸੀ। ਇਹ ਤੁਸੀਂ ਯਾਦ ਰੱਖਿਓ, ਜਹਾਂਗੀਰ ਦੇ ਦਰਬਾਰ ਦੇ ਵਿੱਚ ਆਏ ਸੀ। ਤਾਂ ਸਮੁੰਦਰਗੁਪਤ ਬਾਰੇ ਆਪਾਂ ਜਾਣਦੇ ਹਾਂ, ਇਹਨੂੰ ਇੰਡੀਅਨ ਨੈਪੋਲੀਅਨ ਵੀ ਕਿਹਾ ਗਿਆ, ਠੀਕ ਹੈ ਜੀ। ਤਾਂ ਇੰਡੀਅਨ ਨੈਪੋਲੀਅਨ ਇਹਨੂੰ ਕਿਹਾ ਜਾਂਦਾ। ਤਾਂ ਇਹ ਤੁਸੀਂ ਯਾਦ ਰੱਖਣਾ। ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 3 ਆਉਣਾ, ਅਸ਼ੋਕਾ, ਠੀਕ ਹੈ ਜੀ। ਤਾਂ ਸਮਰਾਟ ਅਸ਼ੋਕ ਨੂੰ ਪਿयादासी ਕਿਹਾ ਗਿਆ। ਤਾਂ ਪਿयादासी ਇਹਨਾਂ ਨੇ ਆਪਣਾ ਇਹਨਾਂ ਦੇ ਨਾਮ ਦੇ ਅੱਗੇ ਪਿयादासी ਜੁੜਦਾ ਸੀ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 3 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤੀ ਦਲਿਤ ਵਰਗ ਦੇ ਸੰਸਥਾਪਕ ਕੌਣ ਹਨ? ਹੂ ਇਜ਼ ਦੀ ਫਾਊਂਡਰ ਆਫ ਆਲ ਇੰਡੀਆ ਡਿਪਰੈਸਡ ਕਲਾਸਿਸ? ਠੀਕ ਹੈ ਜੀ। BR ਅੰਬੇਦਕਰ, ਮਹਾਤਮਾ ਗਾਂਧੀ, ਵੱਲਭ ਭਾਈ ਪਟੇਲ, ਜਵਾਹਰ ਲਾਲ ਨਹਿਰੂ। ਤਾਂ ਇਹ ਜਿੰਨੀਆਂ ਵੀ ਪਰਸਨੈਲਿਟੀਜ਼ ਨੇ ਇਹਨਾਂ ਬਾਰੇ ਆਪਾਂ ਪੜ੍ਹ ਕੇ ਆਏ ਹਾਂ, ਠੀਕ ਹੈ ਜੀ। ਜਵਾਹਰ ਲਾਲ ਨਹਿਰੂ ਬਾਰੇ, ਵੱਲਭ ਭਾਈ ਪਟੇਲ ਬਾਰੇ, ਆਇਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਵੱਲਭ ਭਾਈ ਪਟੇਲ ਨੂੰ, ਠੀਕ ਹੈ ਜੀ। ਮਹਾਤਮਾ ਗਾਂਧੀ ਬਾਰੇ ਆਪਾਂ ਪੜ੍ਹਿਆ 9 ਜਨਵਰੀ 1915 ਨੂੰ ਇਹ ਸਾਊਥ ਅਫਰੀਕਾ ਤੋਂ ਇੰਡੀਆ ਆਏ ਸੀ, ਜਿਹੜੇ ਦਿਨ ਆਪਾਂ ਪ੍ਰਵਾਸੀ ਭਾਰਤੀ ਦਿਵਸ ਮਨਾਉਂਦੇ ਹਾਂ, ਠੀਕ ਹੈ ਜੀ। ਤਾਂ ਮਹਾਤਮਾ ਗਾਂਧੀ ਦੇ ਨਾਲ ਰਿਲੇਟਡ ਬਹੁਤ ਸਾਰੇ ਅੰਦੋਲਨ ਨੇ, ਜਿਵੇਂ ਕਿ 1920 ਦਾ ਆਪਾਂ ਕਹਿੰਦੇ ਹਾਂ ਨਾਨ ਕੋਆਪਰੇਸ਼ਨ ਮੂਵਮੈਂਟ, ਜਿਹੜੀ ਪਹਿਲੀ ਮਾਸ ਬੇਸਡ ਮੂਵਮੈਂਟ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ 8 ਅਗਸਤ 1942 ਦੇ ਵਿੱਚ ਜਿਹੜਾ ਆਪਾਂ ਅੰਦੋਲਨ ਚਲਾਇਆ ਸੀ, ਕੀ ਨਾਮ ਸੀ ਉਹਦਾ? ਕੁਇਟ ਇੰਡੀਆ ਮੂਵਮੈਂਟ, ਠੀਕ ਹੈ ਜੀ। ਤਾਂ ਕੁਇਟ ਇੰਡੀਆ ਮੂਵਮੈਂਟ ਜਿਹੜੀ ਇੱਕ ਲੀਡਰਲੈਸ ਮੂਵਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ ਜੀ। ਤਾਂ ਡੂ ਔਰ ਡਾਈ ਦਾ ਨਾਅਰਾ ਇਹਨਾਂ ਨੇ ਦਿੱਤਾ ਸੀ। ਡੂ ਔਰ ਡਾਈ ਇਹ ਬਹੁਤ ਵਾਰ ਪੁੱਛਿਆ ਗਿਆ, ਠੀਕ ਹੈ ਜੀ। ਤਾਂ ਡੂ ਔਰ ਡਾਈ ਦਾ ਨਾਅਰਾ ਕਿਹਨੇ ਦਿੱਤਾ ਸੀ? ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀ। ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਜਿੰਨੇ ਵੀ ਪੁਆਇੰਟ ਆਪਾਂ ਪਹਿਲਾਂ ਵੀ ਡਿਸਕਸ ਕੀਤੇ ਨੇ, ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 1 ਆਊਗਾ, BR ਅੰਬੇਦਕਰ, ਠੀਕ ਹੈ ਜੀ। ਤਾਂ BR ਅੰਬੇਦਕਰ ਕਿਉਂਕਿ ਇਹ ਦਲਿਤ ਵਰਗ ਦੇ ਮਸੀਹਾ ਪਹਿਲਾਂ ਤੋਂ ਹੀ ਰਹੇ ਨੇ, ਤਾਂ ਆਨਸਰ ਨੰਬਰ 1 ਆਊਗਾ। ਤਾਂ 1920 ਦੇ ਵਿੱਚ ਇਹ ਜਿਹੜੀ ਸੰਸਥਾ ਇਹਨਾਂ ਨੇ ਚਲਾਈ ਸੀ, ਆਲ ਇੰਡੀਆ ਡਿਪਰੈਸਡ ਕਲਾਸਿਸ, ਠੀਕ ਹੈ ਜੀ। 1920 ਦੇ ਵਿੱਚ, ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਤਾਂ ਆਨਸਰ ਨੰਬਰ 1। ਤਾਂ ਨੀਚੇ ਵੀ ਮੈਂ ਮੈਂਸ਼ਨ ਕੀਤਾ ਕਿ ਇਹ ਕਦੋਂ ਇਹਨਾਂ ਨੇ ਸਟਾਰਟ ਕੀਤੀ ਸੀ, 1920 ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੰਬੇ, ਮਦਰਾਸ, ਕਲਕੱਤਾ ਹਾਈ ਕੋਰਟ ਦੀ ਸਥਾਪਨਾ ਕਦੋਂ ਹੋਈ? ਹਾਈ ਕੋਰਟਸ ਆਫ ਬੰਬੇ, ਮਦਰਾਸ ਐਂਡ ਕਲਕੱਤਾ ਵਰ ਇਸਟੈਬਲਿਸ਼ਡ ਇਨ 1909, 1919, 1862 ਜਾਂ 1920? ਤਾਂ ਇਹ ਜਿੰਨੀਆਂ ਵੀ ਡੇਟਸ ਨੇ ਇਹ ਸਾਰੀਆਂ ਬਹੁਤ ਇੰਪੋਰਟੈਂਟ ਨੇ, ਤੁਹਾਨੂੰ ਵਾਰ-ਵਾਰ ਪੁੱਛੀਆਂ ਜਾਂਦੀਆਂ ਨੇ, ਠੀਕ ਹੈ ਜੀ। ਜਿਵੇਂ ਕਿ ਆਪਾਂ 1909 ਬਾਰੇ ਪੜ੍ਹਦੇ ਹਾਂ। 1909 ਦੇ ਵਿੱਚ ਕੀ ਆਇਆ ਸੀ? ਮੋਰਲੇ ਮਿੰਟੋ ਰਿਫਾਰਮ ਆਇਆ ਸੀ, ਠੀਕ ਹੈ ਜੀ। ਤਾਂ ਮੋਰਲੇ ਮਿੰਟੋ ਰਿਫਾਰਮ ਆਇਆ ਸੀ, ਬਹੁਤ ਇੰਪੋਰਟੈਂਟ ਹੈ ਇਹ। ਤਾਂ ਇਹਦੇ ਵਿੱਚ ਮੋਰਲੇ ਕੌਣ ਸੀ? ਸੈਕਟਰੀ ਆਫ ਸਟੇਟ। ਅਤੇ ਮਿੰਟੋ ਕੌਣ ਸੀ? ਇਹ ਗਵਰਨਰ ਜਨਰਲ ਸੀਗਾ ਉਸ ਟਾਈਮ ਦਾ, ਮਿੰਟੋ, ਠੀਕ ਹੈ ਜੀ। ਇਹਦੇ ਵਿੱਚ ਕੀ ਹੋਇਆ ਸੀ? ਇਹਦੇ ਵਿੱਚ ਸੈਪਰੇਟ ਇਲੈਕਟੋਰੇਟ ਦੀ ਗੱਲ ਕੀਤੀ ਗਈ ਸੀ। ਸੈਪਰੇਟ ਇਲੈਕਟੋਰੇਟ, ਇਹ ਤੁਹਾਨੂੰ ਪੁੱਛਣਗੇ, ਠੀਕ ਹੈ ਜੀ। ਤਾਂ ਸੈਪਰੇਟ ਇਲੈਕਟੋਰੇਟ ਦਾ ਕੀ ਮਤਲਬ ਹੈ? ਕਿ ਜਿਹੜੀਆਂ ਵੋਟਾਂ ਨੇ ਉਹ ਮੁਸਲਿਮ ਅਤੇ ਹਿੰਦੂ ਦੇ ਵਿੱਚ ਅਲੱਗ-ਅਲੱਗ ਕਰਵਾਈਆਂ ਜਾਣ। ਤਾਂ ਇਹ 1909 ਦੇ ਵਿੱਚ ਹੋਇਆ ਸੀ। 1919 ਦੇ ਵਿੱਚ ਜਿਹੜੀ ਡਾਇਆਰਕੀ ਸਿਸਟਮ ਚੱਲਿਆ ਸੀ ਆਪਣੇ, ਠੀਕ ਹੈ ਜੀ। ਟਰਾਂਸਫਰ ਪਾਵਰ ਅਤੇ ਰਿਜ਼ਰਵ ਪਾਵਰ ਮਤਲਬ ਜਿਹੜਾ ਚੱਲਿਆ ਸੀ। ਬਾਕੀ ਡਾਇਆਰਕੀ ਸਿਸਟਮ ਮਤਲਬ ਜਿਹੜਾ ਇਹ ਚੱਲਿਆ ਸੀ, ਇਹ ਪ੍ਰੋਵਿੰਸ਼ਲ ਲੈਵਲ 'ਤੇ ਚੱਲਿਆ ਸੀ, ਠੀਕ ਹੈ ਜੀ। ਜੇ ਤੁਹਾਨੂੰ ਸੈਂਟਰ ਲੈਵਲ 'ਤੇ ਪੁੱਛਣਗੇ, ਜੇ ਤੁਹਾਨੂੰ ਇਹ ਪੁੱਛਣਗੇ ਸੈਂਟਰ ਲੈਵਲ 'ਤੇ ਜਿਹੜਾ ਡਾਇਆਰਕੀ ਸਿਸਟਮ ਹੈ ਉਹ ਕਦੋਂ ਚੱਲਿਆ ਸੀ, ਤਾਂ ਉਹ ਚੱਲਿਆ ਸੀ 1935 ਦੇ ਵਿੱਚ। ਇਹ ਯਾਦ ਰੱਖਿਓ, 1935 ਦੇ ਐਕਟ ਦੇ ਅਕੋਰਡਿੰਗ ਚੱਲਿਆ ਸੀ। ਅਤੇ 1919 ਵਾਲੇ ਦੇ ਅਕੋਰਡਿੰਗ ਜਿਹੜਾ ਚੱਲਿਆ ਸੀ, ਉਹ ਚੱਲਿਆ ਸੀ ਪ੍ਰੋਵਿੰਸ ਦੇ ਵਿੱਚ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ।
1920 ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਕੀ ਚੱਲਿਆ ਸੀ, ਨੌਨ ਕੋਆਪਰੇਸ਼ਨ ਮੂਵਮੈਂਟ, ਕਿਉਂਕਿ 1919 ਦੇ ਵਿੱਚ ਆਪਣਾ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੋ ਗਿਆ ਸੀ, ਇਸ ਲਈ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 3 ਆਊਗਾ। 1862 ਦੇ ਵਿੱਚ ਇਹ ਜਿਹੜੇ ਹਾਈ ਕੋਰਟ ਆ ਬਣੇ ਨੇ, ਬਹੁਤ ਇੰਪੋਰਟੈਂਟ ਨੇ। ਬੰਬੇ, ਮਦਰਾਸ ਅਤੇ ਕਲਕੱਤਾ ਸਭ ਤੋਂ ਪਹਿਲੇ ਹਾਈ ਕੋਰਟ ਨੇ ਜਿਹੜੇ ਇਹ ਬਣੇ ਨੇ, ਸਭ ਤੋਂ ਪੁਰਾਣੇ। ਤਾਂ 1862 ਈਸਵੀ ਦੇ ਵਿੱਚ ਆਨਸਰ ਨੰਬਰ 3 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਦੋਵਾਂ ਸਦਨਾਂ ਦੀ ਇਕੱਠੀ ਬੈਠਕ ਦਾ ਪ੍ਰਾਵਧਾਨ ਕਿਹੜੇ ਦੇਸ਼ ਤੋਂ ਲਿਆ ਗਿਆ? ਦਾ ਆਈਡੀਆ ਆਫ ਜੁਆਇੰਟ ਸਿਟਿੰਗ ਆਫ ਟੂ ਹਾਊਸਿਸ ਟੇਕਨ ਫਰੋਮ ਵਿਚ ਕੰਟਰੀ? ਆਸਟ੍ਰੇਲੀਆ, USA, USSR ਅਤੇ ਆਇਰਲੈਂਡ। ਠੀਕ ਹੈ ਜੀ। ਤਾਂ ਇਹ ਸਾਰੇ ਜਿਹੜੇ ਜਿੰਨੇ ਵੀ ਆਪਸ਼ਨ ਹੈ ਇਹ ਆਪਾਂ ਸਾਰੇ ਡਿਸਕਸ ਕਰਦੇ ਹਾਂ ਹਰ ਇੱਕ ਸੈਸ਼ਨ ਦੇ ਵਿੱਚ। ਠੀਕ ਹੈ ਜੀ। ਹਰ ਇੱਕ ਸੈਸ਼ਨ ਦੇ ਵਿੱਚ ਆਪਾਂ ਇੱਕ ਇੱਕ ਕੁਐਸਚਨ ਦਾ ਪੂਰਾ ਨਿਚੋੜ ਕੱਢਦੇ ਹਾਂ। ਠੀਕ ਹੈ ਜੀ। ਤਾਂ ਆਇਰਲੈਂਡ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਲਿਆ ਆਪਾਂ। ਆਇਰਲੈਂਡ ਦੇ ਤੋਂ ਆਪਾਂ ਲਏ ਨੇ DPSP। ਠੀਕ ਹੈ ਜੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਕਿੱਥੋਂ ਤੋਂ ਕਿੱਥੋਂ ਤੱਕ ਨੇ ਇਹ? 36 ਤੋਂ ਲੈ ਕੇ ਆਰਟੀਕਲ ਨੰਬਰ 36 ਤੋਂ ਲੈ ਕੇ 51 ਤੱਕ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ USSR ਯਾਨੀ ਕਿ ਰਸ਼ੀਆ, ਇਹ ਤੋਂ ਆਪਾਂ ਕੀ ਲਿਆ ਹੈਗਾ? ਇਹ ਤੋਂ ਆਪਾਂ ਲਈਆਂ ਨੇ ਫੰਡਾਮੈਂਟਲ ਡਿਊਟੀਜ਼। ਠੀਕ ਹੈ ਜੀ। ਫੰਡਾਮੈਂਟਲ ਡਿਊਟੀਜ਼ ਲਈਆਂ ਨੇ ਜਿਹੜੀਆਂ ਕਿ ਆਰਟੀਕਲ 51A ਦੇ ਵਿੱਚ ਨੇ। ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਤੇ ਜਿਹੜੇ ਆਪਣੇ ਫੰਡਾਮੈਂਟਲ ਰਾਈਟ ਲਏ ਨੇ ਆਪਾਂ, ਉਹ ਲਏ ਨੇ ਆਪਾਂ USA ਤੋਂ। ਠੀਕ ਹੈ ਜੀ। ਤਾਂ ਫੰਡਾਮੈਂਟਲ ਰਾਈਟ ਜਿਹੜੇ ਲਏ ਨੇ ਉਹ ਆਪਾਂ ਲਏ ਨੇ USA ਤੋਂ। ਤਾਂ ਜਿਹੜੀ ਆਪਣੀ ਪ੍ਰੈਂਬਲ ਹੈ ਉਹਦਾ ਆਈਡੀਆ ਵੀ ਆਪਾਂ USA ਤੋਂ ਲਿਆ। ਵੀ ਦਾ ਪੀਪਲ ਆਫ ਇੰਡੀਆ ਜਿਹੜੇ ਸ਼ਬਦ ਨੇ ਉਹ ਵੀ ਆਪਾਂ USA ਤੋਂ ਲਏ ਨੇ। ਠੀਕ ਹੈ ਜੀ। ਤੁਸੀਂ ਯਾਦ ਰੱਖਣਾ। ਤਾਂ ਇਹਦਾ ਜਿਹੜਾ ਆਨਸਰ ਨੰਬਰ 1 ਆਊਗਾ, ਆਸਟ੍ਰੇਲੀਆ। ਠੀਕ ਹੈ ਜੀ। ਤਾਂ ਜਿਹੜੀ ਜੁਆਇੰਟ ਸਿਟਿੰਗ ਦੀ ਮਤਲਬ ਜਿਹੜਾ ਆਈਡੀਆ ਇਹ ਆਪਾਂ ਆਸਟ੍ਰੇਲੀਆ ਤੋਂ ਲਿਆ। ਆਸਟ੍ਰੇਲੀਆ ਤੋਂ ਆਪਾਂ ਇੱਕ ਹੋਰ ਚੀਜ਼ ਵੀ ਲਈ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕੌਨਕਰੰਟ ਲਿਸਟ। ਕੌਨਕਰੰਟ ਲਿਸਟ। ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਕੌਨਕਰੰਟ ਲਿਸਟ ਆਪਾਂ ਆਸਟ੍ਰੇਲੀਆ ਤੋਂ ਲਈ ਹੈ, ਇਹ ਵੀ ਯਾਦ ਰੱਖਣਾ। ਅਤੇ ਜੁਆਇੰਟ ਸਿਟਿੰਗ ਆਪਾਂ ਆਸਟ੍ਰੇਲੀਆ ਤੋਂ ਲਈ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਜੁਆਇੰਟ ਸਿਟਿੰਗ ਦੇ ਨਾਲ ਤੁਹਾਨੂੰ ਰਿਲੇਟਡ ਸਾਰੇ ਫੈਕਟ ਪਤਾ ਹੋਣੇ ਚਾਹੀਦੇ ਨੇ। 108 ਨੰਬਰ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਕਿ ਜੁਆਇੰਟ ਸਿਟਿੰਗ ਆਪਾਂ ਕਰ ਸਕਦੇ ਹਾਂ। ਜੁਆਇੰਟ ਸਿਟਿੰਗ ਕਿਹਦੀ? ਲੋਕ ਸਭਾ ਅਤੇ ਰਾਜ ਸਭਾ ਦੀ। ਠੀਕ ਹੈ ਜੀ। ਇੱਥੋਂ ਦੋ ਕੁਐਸਚਨ ਹੋਰ ਬਣਦੇ ਨੇ ਕਿ ਇਹਨੂੰ ਕਾਲ ਕੌਣ ਕਰਦਾ ਹੈ, ਯਾਨੀ ਕਿ ਸਮਨਿੰਗ। ਠੀਕ ਹੈ ਜੀ। ਤਾਂ ਇਹਨੂੰ ਕਾਲ ਕੌਣ ਕਰਦਾ ਹੈ? ਤਾਂ ਕਾਲ ਕਰਦਾ ਇਹਨੂੰ ਪ੍ਰੈਜ਼ੀਡੈਂਟ। ਕਾਲ ਇਹਨੂੰ ਕਰਦਾ ਪ੍ਰੈਜ਼ੀਡੈਂਟ। ਠੀਕ ਹੈ ਜੀ। ਬਟ ਜੇ ਤੁਹਾਨੂੰ ਪੁੱਛਣਗੇ ਇਹਨੂੰ ਪ੍ਰਿਜ਼ਾਈਡ ਕੌਣ ਕਰਦਾ, ਇਹ ਵੀ ਤੁਹਾਨੂੰ ਪੁੱਛਣਗੇ। ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਤਾਂ ਪ੍ਰਿਜ਼ਾਈਡ ਇਹਨੂੰ ਕਰਦਾ ਸਪੀਕਰ, ਜਿਹੜਾ ਕਿ ਲੋਕ ਸਭਾ ਦਾ ਹੁੰਦਾ। ਠੀਕ ਹੈ ਜੀ। ਤਾਂ ਸਪੀਕਰ ਹੈ ਜਿਹੜਾ ਆਪਣਾ ਲੋਕ ਸਭਾ ਦਾ, ਇਹਨੂੰ ਪ੍ਰਿਜ਼ਾਈਡ ਕਰਦਾ, ਇਹ ਤੁਸੀਂ ਯਾਦ ਰੱਖਿਓ। ਅਤੇ ਬੁਲਾਉਂਦਾ ਇਹਨੂੰ ਕੌਣ ਹੈ? ਪ੍ਰੈਜ਼ੀਡੈਂਟ। ਆਰਟੀਕਲ 108। ਅਤੇ ਕਿੱਥੋਂ ਇਹ ਪ੍ਰਾਵਧਾਨ ਲਿਆ ਆਪਾਂ? ਆਸਟ੍ਰੇਲੀਆ ਤੋਂ। ਤਾਂ ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਪੀਕਰ ਆਪਣਾ ਅਸਤੀਫਾ ਕਿਸ ਨੂੰ ਦਿੰਦਾ? ਸਪੀਕਰ ਗਿਵ ਹਿਜ਼ ਰੈਜ਼ੀਗਨੇਸ਼ਨ ਟੂ ਹੂਮ? ਵਾਈਸ ਪ੍ਰੈਜ਼ੀਡੈਂਟ, ਡੈਪੂਟੀ ਸਪੀਕਰ, ਪ੍ਰੈਜ਼ੀਡੈਂਟ ਜਾਂ ਲੋਕ ਸਭਾ? ਸਪੀਕਰ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਮਤਲਬ ਕੋਈ ਵੀ ਬਿੱਲ ਆਉਂਦਾ, ਮੰਨ ਲਓ ਜੇ ਮਨੀ ਬਿੱਲ ਜਿਹੜਾ ਆਪਾਂ ਕਹਿੰਦੇ ਹਾਂ ਕਿ ਲੋਕ ਸਭਾ ਦੇ ਵਿੱਚ ਹਮੇਸ਼ਾ ਜਿਹੜਾ ਪੇਸ਼ ਹੁੰਦਾ। ਠੀਕ ਹੈ ਜੀ। ਜਿਹੜਾ ਮਨੀ ਬਿੱਲ ਹੁੰਦਾ ਉਹ ਉਹਦੇ ਵਿੱਚ ਸਭ ਤੋਂ ਵੱਡੀ ਪਾਵਰ ਕਿਹਦੀ ਹੁੰਦੀ ਹੈ? ਲੋਕ ਸਭਾ ਦੀ। ਤਾਂ ਜਿਹੜਾ ਮਨੀ ਬਿੱਲ ਹੈ ਇਹ ਕੌਣ ਦੱਸਦਾ ਕਿ ਇਹ ਮਨੀ ਬਿੱਲ ਹੈ? ਠੀਕ ਹੈ ਜੀ। ਇਹ ਕੌਣ ਡਿਸਾਈਡ ਕਰਦਾ? ਤਾਂ ਇਹ ਆਪਣਾ ਸਪੀਕਰ ਡਿਸਾਈਡ ਕਰਦਾ। ਠੀਕ ਹੈ ਜੀ। ਤਾਂ ਸਪੀਕਰ ਦੱਸਦਾ ਮਨੀ ਬਿੱਲ ਬਾਰੇ ਕਿ ਇਹ ਮਨੀ ਬਿੱਲ ਹੈ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਸਪੀਕਰ ਕਿੱਥੋਂ ਚੁਣਿਆ ਜਾਂਦਾ? ਸਪੀਕਰ ਮਤਲਬ ਜਿਹੜੇ ਲੋਕ ਸਭਾ ਦੇ ਮੈਂਬਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਹੀ ਚੁਣਿਆ ਜਾਂਦਾ। ਤਾਂ ਜੇ ਇਹਨੇ ਆਪਣਾ ਅਸਤੀਫਾ ਦੇਣਾ, ਆਪਣਾ ਰੈਜ਼ੀਗਨੇਸ਼ਨ ਦੇਣਾ, ਤਾਂ ਇਹ ਕਿਹਨੂੰ ਦਿੰਦਾ? ਤਾਂ ਇਹ ਦਿੰਦਾ ਡੈਪੂਟੀ ਸਪੀਕਰ ਨੂੰ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ। ਡੈਪੂਟੀ ਸਪੀਕਰ ਆਪਣਾ ਰੈਜ਼ੀਗਨੇਸ਼ਨ ਕਿਹਨੂੰ ਦਿੰਦਾ? ਸਪੀਕਰ ਨੂੰ ਦਿੰਦਾ। ਇਹ ਤੁਸੀਂ ਯਾਦ ਰੱਖਿਓ। ਠੀਕ ਹੈ ਜੀ। ਵਾਈਸ ਵਰਸਾ ਇਹ। ਤਾਂ ਸਪੀਕਰ ਆਪਣਾ ਜਿਹੜਾ ਰੈਜ਼ੀਗਨੇਸ਼ਨ ਡੈਪਟੀ ਸਪੀਕਰ ਨੂੰ ਦਿੰਦਾ ਅਤੇ ਡੈਪਟੀ ਸਪੀਕਰ ਆਪਣਾ ਰੈਜ਼ੀਗਨੇਸ਼ਨ ਸਪੀਕਰ ਨੂੰ ਦਿੰਦਾ। ਠੀਕ ਹੈ ਜੀ। ਜਿਸ ਇੱਕ ਹੋਰ ਵੀ ਇਹਦੇ ਨਾਲ ਰਿਲੇਟਡ ਫੈਕਟ ਹੈਗਾ, ਜੇ ਪ੍ਰੈਜ਼ੀਡੈਂਟ ਹੈ ਤਾਂ ਪ੍ਰੈਜ਼ੀਡੈਂਟ ਆਪਣਾ ਰੈਜ਼ੀਗਨੇਸ਼ਨ ਕਿਹਨੂੰ ਦਿੰਦਾ? ਵਾਈਸ ਪ੍ਰੈਜ਼ੀਡੈਂਟ ਨੂੰ। ਅਤੇ ਵਾਈਸ ਪ੍ਰੈਜ਼ੀਡੈਂਟ ਆਪਣਾ ਰੈਜ਼ੀਗਨੇਸ਼ਨ ਕਿਹਨੂੰ ਦਿੰਦਾ? ਪ੍ਰੈਜ਼ੀਡੈਂਟ ਨੂੰ। ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਪੁਆਇੰਟ ਨੇ ਇਹ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 2, ਡੈਪਟੀ ਸਪੀਕਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਰਾਜ ਸਭਾ ਨੂੰ ਕੌਣ ਭੰਗ ਕਰ ਸਕਦਾ? ਹੂ ਡਿਜ਼ੋਲਵਸ ਰਾਜ ਸਭਾ? ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪਾਰਲੀਮੈਂਟ ਜਾਂ ਨਨ ਆਫ ਦੀ ਅਬਵ? ਸਭ ਤੋਂ ਪਹਿਲਾਂ ਤੁਹਾਡੇ 3 ਆਰਟੀਕਲ ਯਾਦ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਜਿਹੜੀ ਆਪਣੀ ਆਉਂਦੀ ਹੈ ਪਾਰਲੀਮੈਂਟ, ਉਸ ਤੋਂ ਬਾਅਦ ਆਪਣਾ ਆਉਂਦਾ ਵੱਡਾ ਸਦਨ ਰਾਜ ਸਭਾ, ਉਸ ਤੋਂ ਬਾਅਦ ਆਉਂਦਾ ਆਪਣਾ ਛੋਟਾ ਸਦਨ ਲੋਕ ਸਭਾ। ਤਾਂ ਪਾਰਲੀਮੈਂਟ ਦਾ ਜਿਹੜਾ ਆਰਟੀਕਲ ਹੈ ਉਹ ਹੈ ਆਰਟੀਕਲ 79। ਠੀਕ ਹੈ ਜੀ। ਰਾਜ ਸਭਾ ਦਾ ਆਰਟੀਕਲ ਹੈ ਆਰਟੀਕਲ 80 ਨੰਬਰ, ਅਤੇ ਲੋਕ ਸਭਾ ਦਾ ਆਰਟੀਕਲ 81। ਇਹ ਤਿੰਨੋਂ ਆਰਟੀਕਲ ਯਾਦ ਰੱਖਿਓ, ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 4 ਆਊਗਾ, ਨਨ ਆਫ ਦੀ ਅਬਵ।
क्योंकि राज सभा एक इहो जी बॉडी है जिहड़ी कि परमानेंट है, ये याद रखियो। ठीक है जी, तो इनू कोई भी भंग नहीं कर सकता। ठीक है जी, परमानेंट हाउस है ये कदे भी डिजोल्व नहीं हो सकता। इनू इहो जिहा कोई नहीं हैगा कि इनू ਜਿਹੜਾ ਇਹਨੂੰ ਭੰਗ ਕਰ ਸਕੇ ਰਾਜ ਸਭਾ ਨੂੰ। ਇੱਕ ਪਰਮਾਨੈਂਟ ਹਾਊਸ ਹੈ। ਠੀਕ ਹੈ ਜੀ, ਤਾਂ ਫਿਰ ਤੁਸੀਂ ਆਖੋਗੇ ਕਿ ਇਹਦਾ ਕਾਰਜਕਾਲ ਰਾਜ ਸਭਾ ਦਾ ਨਹੀਂ ਹੁੰਦਾ, ਕਾਰਜਕਾਲ ਇਹਦੇ ਮੈਂਬਰਾਂ ਦਾ ਹੁੰਦਾ। ਠੀਕ ਹੈ ਜੀ, ਕਾਰਜਕਾਲ ਰਾਜ ਸਭਾ ਦਾ ਕੋਈ ਕਾਰਜਕਾਲ ਨਹੀਂ ਹੁੰਦਾ। ਇਹ ਕਦੇ ਵੀ ਭੰਗ ਹੋਣ ਵਾਲਾ ਸਦਨ ਨਹੀਂ ਹੈਗਾ, ਇਹਨੂੰ ਕੋਈ ਵੀ ਭੰਗ ਨਹੀਂ ਕਰ ਸਕਦਾ। ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਤਾਂ ਕਾਰਜਕਾਲ ਇਹਦੇ ਮੈਂਬਰਾਂ ਦਾ ਹੁੰਦਾ, ਕਿੰਨਾ ਹੁੰਦਾ? 6 ਸਾਲ। ਠੀਕ ਹੈ ਜੀ, 6 ਈਅਰ ਹੁੰਦਾ। ਹਰ 2 ਸਾਲ ਬਾਅਦ ਠੀਕ ਹੈ ਜੀ, ਤਾਂ ਇਹਦੇ 1/3 ਮੈਂਬਰ ਹੈ ਜਿਹੜੇ ਉਹ ਰਿਟਾਇਰਡ ਹੁੰਦੇ ਰਹਿੰਦੇ ਨੇ। ਇਹ ਯਾਦ ਰੱਖਣਾ, ਇਹ ਪ੍ਰੋਸੀਜਰ ਇਹਦਾ। ਤਾਂ ਭੰਗ ਇਹਨੂੰ ਕੋਈ ਵੀ ਨਹੀਂ ਕਰ ਸਕਦਾ, ਬਹੁਤ ਇੰਪੋਰਟੈਂਟ ਹੈ। ਆਨਸਰ ਨੰਬਰ 4 ਆਊਗਾ। ਇਹਨੂੰ ਕੌਂਸਲ ਆਫ ਸਟੇਟਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਇੱਕ ਪੁਆਇੰਟ ਤੁਸੀਂ ਹੋਰ ਮਤਲਬ ਜਿਹੜਾ ਆਪਣਾ ਨੋਟ ਕਰ ਲਓ। ਕੌਂਸਲ ਆਫ ਸਟੇਟਸ, ਠੀਕ ਹੈ ਜੀ, ਤਾਂ ਕੌਂਸਲ ਆਫ ਸਟੇਟਸ ਇਹਨੂੰ ਕਿਹਾ ਜਾਂਦਾ ਆਪਣੀ ਰਾਜ ਸਭਾ ਨੂੰ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਤਾਂ ਆਨਸਰ ਨੰਬਰ 4 ਆਊਗਾ, ਨਨ ਆਫ ਦੀ ਅਬਵ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤੀ ਚੋਣ ਕਮਿਸ਼ਨ ਇਹਨਾਂ ਵਿੱਚੋਂ ਕਿਸ ਦੀਆਂ ਚੋਣਾਂ ਨਹੀਂ ਕਰਾਉਂਦਾ? ਇਲੈਕਸ਼ਨ ਕਮਿਸ਼ਨ ਆਫ ਇੰਡੀਆ ਡਿਡੰਟ ਕੰਡਕਟ ਦੀ ਇਲੈਕਸ਼ਨਸ ਆਫ ਰਾਜ ਸਭਾ, ਲੋਕ ਸਭਾ, ਸਟੇਟ ਲੈਜਿਸਲੇਟਿਵ ਅਸੈਂਬਲੀ ਜਾਂ ਪੰਚਾਇਤ। ਤਾਂ ਇਹ ਬਹੁਤ ਸਿੰਪਲ ਕੁਐਸਚਨ ਹੈ। ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਜਿਹੜੀ ਰਾਜ ਸਭਾ ਹੋ ਗਈ, ਲੋਕ ਸਭਾ ਹੋ ਗਈ, ਠੀਕ ਹੈ ਜੀ, ਇੱਥੇ ਆਪਾਂ ਸਟੇਟ ਦੇਖ ਲੈਂਦੇ ਹਾਂ। ਠੀਕ ਹੈ ਜੀ, ਕਿ ਸਟੇਟ ਦੀਆਂ, ਤਾਂ ਸਟੇਟ ਦੀਆਂ ਵੀ ਮਤਲਬ ਇਲੈਕਸ਼ਨ ਕਮਿਸ਼ਨ ਹੀ ਕਰਾਉਂਦਾ। ਜਿਹੜੀ SL ਹੈ ਆਪਣੀ ਸਟੇਟ ਲੈਜਿਸਲੇਟਿਵ ਅਸੈਂਬਲੀ ਹੈ, ਠੀਕ ਹੈ ਜੀ, ਤਾਂ ਇਹਦੀ ਜਿਹੜੀ ਚੋਣ ਹੈ ਇਹ ਵੀ ਇਲੈਕਸ਼ਨ ਕਮਿਸ਼ਨ ਦੁਆਰਾ ਹੀ ਕਰਵਾਈ ਜਾਂਦੀ ਹੈ। ਬਟ ਜਿਹੜੀਆਂ ਲੋਕਲ ਬੋਡੀਜ਼ ਨੇ, ਜਿਵੇਂ ਕਿ ਪੰਚਾਇਤ ਹੋ ਗਈ, ਤਾਂ ਪੰਚਾਇਤ ਦੀਆਂ ਇਲੈਕਸ਼ਨਸ ਨਹੀਂ ਇਹ ਕਰਵਾਉਂਦਾ, ਇਹ ਯਾਦ ਰੱਖਣਾ। ਠੀਕ ਹੈ ਜੀ, ਇਹਦੀ ਜਗ੍ਹਾ 'ਤੇ ਤੁਹਾਨੂੰ ਆਪਸ਼ਨ ਆ ਸਕਦਾ ਲੋਕਲ ਬੋਡੀਜ਼। ਠੀਕ ਹੈ ਜੀ, ਲੋਕਲ ਬੋਡੀਜ਼ ਦੀਆਂ ਇਹ ਨਹੀਂ ਕਰਵਾਉਂਦਾ ਇਲੈਕਸ਼ਨ ਕਮਿਸ਼ਨ। ਬਾਕੀ ਸਾਰੀਆਂ ਜਿਹੜੀਆਂ ਵੋਟਾਂ ਨੇ ਉਹ ਸਾਰਾ ਮਤਲਬ ਜਿਹੜੀ ਜ਼ਿੰਮੇਵਾਰੀ ਹੈ ਉਹ ਇਲੈਕਸ਼ਨ ਕਮਿਸ਼ਨ ਦੀ ਹੁੰਦੀ ਹੈ। ਜਿਵੇਂ ਕਿ ਚੋਣ ਨਿਸ਼ਾਨ ਦੇਣਾ, ਠੀਕ ਹੈ ਜੀ, ਪਾਰਟੀ ਨੂੰ ਕਿਸੇ ਨੂੰ ਚੋਣ ਨਿਸ਼ਾਨ ਦੇਣਾ, ਠੀਕ ਹੈ ਜੀ, ਬੈਲਟ ਪੇਪਰ, ਉਹ ਸਾਰੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਦੀ ਹੁੰਦੀ ਹੈ। ਤਾਂ ਸਿਰਫ ਲੋਕਲ ਬੋਡੀਜ਼ ਨੂੰ ਛੱਡ ਕੇ ਸਾਰੀਆਂ ਇਲੈਕਸ਼ਨ ਕਮਿਸ਼ਨ ਦੁਆਰਾ ਹੀ ਕਰਵਾਈਆਂ ਜਾਂਦੀਆਂ। ਤਾਂ ਆਨਸਰ ਨੰਬਰ 4 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕੋਰਮ ਤੋਂ ਕੀ ਭਾਵ ਹੈ? ਤਾਂ ਇਹ ਜਿਹੜੀਆਂ ਪਾਰਲੀਮੈਂਟਰੀ ਟਰਮਸ ਨੇ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ, ਕੋਰਮ ਹੈ ਜਿਵੇਂ ਕਿ, ਠੀਕ ਹੈ ਜੀ, ਤਾਂ ਕੋਰਮ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਇਹ ਪੁੱਛਿਆ ਗਿਆ। ਠੀਕ ਹੈ ਜੀ, ਤਾਂ ਇਹ ਸਾਰੀਆਂ ਟਰਮਸ ਆਪਾਂ ਆਉਣ ਵਾਲੇ ਸਾਰੇ ਸੈਸ਼ਨ ਦੇ ਵਿੱਚ ਆਪਾਂ ਇਹ ਨਿਪਟਾ ਦਾਂਗੇ। ਤਾਂ ਜਿਹੜਾ ਕੋਰਮ ਹੈ ਇਹਦਾ ਕੀ ਮਤਲਬ ਹੈ? ਡਿਜ਼ੋਲਵ ਦੀ ਪਾਰਲੀਮੈਂਟ, ਅਸੈਂਸ਼ੀਅਲੀ ਆਫ 1/10 ਮੈਂਬਰ ਟੂ ਸਟਾਰਟ ਦੀ ਹਾਊਸ, ਕੋਰਟ ਇਜ਼ ਅਡਜਰਨ ਆਰਡਰ। ਠੀਕ ਹੈ ਜੀ, ਤਾਂ ਇਹਨਾਂ ਦੇ ਵਿੱਚੋਂ ਤੁਸੀਂ ਆਪਸ਼ਨ ਜਿਹੜਾ ਕਰੈਕਟ ਹੈ ਉਹ ਮਤਲਬ ਟਿਕ ਕਰਨਾ। ਤਾਂ ਡਿਜ਼ੋਲਵ ਦੀ ਪਾਰਲੀਮੈਂਟ ਇਹ ਗਲਤ ਆਪਸ਼ਨ ਹੈ। ਠੀਕ ਹੈ ਜੀ, ਤਾਂ ਕੋਰਟ ਇਜ਼ ਅਡਜਰਨ, ਤਾਂ ਇਹ ਤਾਂ ਜੱਜ ਦੁਆਰਾ ਮਤਲਬ ਕਿਹਾ ਜਾਂਦਾ ਕਿ ਕੋਰਟ ਨੂੰ ਅਗਲੇ ਟਾਈਮ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਠੀਕ ਹੈ ਜੀ, ਆਰਡਰ ਵੀ ਇਹਦਾ ਗਲਤ ਆਪਸ਼ਨ ਹੈ। ਠੀਕ ਹੈ ਜੀ, ਤਾਂ ਜਿਹੜਾ ਆਪਣੇ ਕੋਲੇ ਆਨਸਰ ਬਚਿਆ ਹੋਇਆ ਆਨਸਰ ਨੰਬਰ 2। ਅਸੈਂਸ਼ੀਅਲੀ ਆਫ 1/10 ਮੈਂਬਰ ਮਤਲਬ 10%, 1/10 ਵੀ ਇਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਜਿਹਨੂੰ 10% ਮੈਂਬਰ ਵੀ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਕਿ 10% ਮੈਂਬਰ ਹੋਣੇ ਜ਼ਰੂਰੀ ਨੇ ਜੇ ਤੁਸੀਂ ਕਿਸੇ ਵੀ ਸਦਨ ਨੂੰ ਸਟਾਰਟ ਕਰਨਾ। ਤਾਂ ਕੋਰਮ ਦਾ ਮਤਲਬ ਇਹੀ ਹੈ ਕਿ 10% ਮੈਂਬਰ ਹੋਣੇ ਬਹੁਤ ਜ਼ਰੂਰੀ ਨੇ, ਕਿ ਜੇਕਰ ਤੁਸੀਂ ਲੋਕ ਸਭਾ ਜਾਂ ਰਾਜ ਸਭਾ ਦੇ ਕਿਸੇ ਵੀ ਸਦਨ ਨੂੰ ਮਤਲਬ ਸਟਾਰਟ ਕਰਨਾ। ਜੇ ਇਸ ਤੋਂ ਮਿਨੀਮਮ ਨੇ ਮੈਂਬਰ ਘੱਟ ਨੇ ਤਾਂ ਤੁਸੀਂ ਸਦਨ ਨੂੰ ਸਟਾਰਟ ਨਹੀਂ ਕਰ ਸਕਦੇ। ਕੋਰਮ ਦਾ ਮਤਲਬ ਕੀ ਹੈ? ਤਾਂ ਇਹ ਅਸੈਂਸ਼ੀਅਲੀ ਹੈ, ਜ਼ਰੂਰੀ ਹੈ ਕਿ 1/10 ਮੈਂਬਰ ਹੈ ਤੁਹਾਡੇ ਸਟਾਰਟ ਕਰਨ ਦੇ ਲਈ ਹਾਊਸ ਨੂੰ ਹੋਣੇ ਚਾਹੀਦੇ ਨੇ, ਜਾਂ 10% ਵੀ ਤੁਹਾਨੂੰ ਆ ਸਕਦਾ। ਠੀਕ ਹੈ ਜੀ, 10ਵਾਂ ਹਿੱਸਾ ਤਾਂ ਇਹ ਆਪਣਾ ਹੋਣਾ ਚਾਹੀਦਾ। ਤਾਂ ਆਨਸਰ ਨੰਬਰ 2 ਆਊਗਾ, ਇਹਦਾ ਬਹੁਤ ਇੰਪੋਰਟੈਂਟ ਹੈ। ਤਾਂ ਇਹ ਸਾਰੀਆਂ ਟਰਮਸ ਆਪਾਂ ਆਉਣ ਵਾਲੇ ਸੈਸ਼ਨਸ ਦੇ ਵਿੱਚ ਵੀ ਕਰਾਂਗੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੀਰੀਕਲਚਰ ਦਾ ਸੰਬੰਧ ਕਿਸ ਨਾਲ ਹੈ? ਸੀਰੀਕਲਚਰ ਇਜ਼ ਰਿਲੇਟਡ ਟੂ ਫਰੂਟਸ, ਫਿਸ਼, ਸਿਲਕ ਵਾਰਮਸ ਜਾਂ ਆਲ ਆਫ ਦੀ ਅਬਵ। ਤਾਂ ਇੱਥੇ ਮੈਂ ਤੁਹਾਨੂੰ ਸਾਰੇ ਹੀ ਕਵਰ ਕਰਵਾ ਦਿੰਦਾ। ਠੀਕ ਹੈ ਜੀ, ਜਿਵੇਂ ਕਿ ਫਰੂਟਸ ਹੈ, ਇਹਦੇ ਨਾਲ ਰਿਲੇਟਡ ਕੀ ਹੈ? ਇਹਦੇ ਨਾਲ ਰਿਲੇਟਡ ਹੈ ਹਾਰਟੀਕਲਚਰ। ਠੀਕ ਹੈ ਜੀ, ਤਾਂ ਹਾਰਟੀਕਲਚਰ ਆਪਾਂ ਕਹਿੰਦੇ ਹਾਂ, ਹਾਰਟੀਕਲਚਰ ਨੂੰ ਆਪਾਂ ਫਰੂਟਸ ਨਾਲ ਰਿਲੇਟਡ ਕਹਿੰਦੇ ਹਾਂ। ਜਿਹੜਾ ਫਿਸ਼ ਹੈ, ਫਿਸ਼ ਦੇ ਨਾਲ ਹੈਗਾ ਗਾ ਪਿਸਕੀ ਕਲਚਰ। ਠੀਕ ਹੈ ਜੀ, ਤਾਂ ਪਿਸਕੀ ਕਲਚਰ ਹੈ ਜਿਹੜਾ ਉਹ ਫਿਸ਼ ਨਾਲ ਰਿਲੇਟਡ ਹੈ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 3 ਆਊਗਾ, ਰੇਸ਼ਮ ਦੇ ਕੀੜੇ। ਠੀਕ ਹੈ ਜੀ, ਸਿਲਕ ਵਾਰਮਸ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਜਿਹੜੇ ਰੇਸ਼ਮ ਦੇ ਕੀੜੇ ਇਹਦੇ ਨਾਲ ਸੰਬੰਧਿਤ ਆਪਣਾ ਸੀਰੀਕਲਚਰ, ਬਹੁਤ ਇੰਪੋਰਟੈਂਟ ਹੈ। ਆਨਸਰ ਨੰਬਰ 3 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, IP ਐਡਰੈਸ ਕਿੰਨੇ ਬਿਟ ਦਾ ਹੁੰਦਾ ਹੈ? IP ਐਡਰੈਸ ਕੰਟੇਨ ਹਾਊ ਮੈਨੀ ਬਿਟਸ? ਤਾਂ ਮੈਂ ਤੁਹਾਨੂੰ ਪਹਿਲਾਂ ਵੀ ਇਹਦੇ ਬਾਰੇ ਦੱਸ ਕੇ ਗਿਆ। ਠੀਕ ਹੈ ਜੀ, ਇੱਕ ਹੁੰਦੀ ਹੈ ਬਿਟ, ਇੱਕ ਹੁੰਦੀ ਹੈ ਬਾਈਟ। ਠੀਕ ਹੈ ਜੀ,
ਤਾਂ ਜੇ ਤੁਸੀਂ 4 ਬਿੱਟ ਨੂੰ ਜੋੜੋਗੇ ਤਾਂ ਉਹਦਾ ਕੀ ਬਣ ਜੂਗਾ, ਇੱਕ ਨਿੱਬਲ ਬਣ ਜੂਗਾ। ਠੀਕ ਹੈ ਜੀ, ਉਹਦਾ ਇੱਕ ਕੀ ਬਣ ਜੂਗਾ, ਨਿੱਬਲ ਬਣ ਜੂਗਾ। ਇਹ ਯੂਨਿਟਸ ਪੁੱਛੀਆਂ ਜਾਂਦੀਆਂ ਨੇ, ਬਹੁਤ ਇੰਪੋਰਟੈਂਟ ਨੇ। ਜੇ ਤੁਸੀਂ 8 ਬਿੱਟ ਨੂੰ ਜੋੜ ਦੋਗੇ ਤਾਂ ਉਹਦਾ ਕੀ ਬਣ ਜੂਗਾ, ਇੱਕ ਬਾਈਟ ਬਣ ਜੂਗਾ। ਇਸ ਤੋਂ ਬਾਅਦ ਅੱਗੇ ਫਰਦਰ ਮੈਮਰੀ ਆਪਣੀ ਚੱਲਦੀ ਰਹਿੰਦੀ ਹੈ 1024 ਬਾਈਟਸ। ਠੀਕ ਹੈ ਜੀ, KB MB GB TB ਤੱਕ ਮਤਲਬ ਜਿਹੜਾ ਆਪਾਂ ਪੜ੍ਹਦੇ ਹਾਂ। ਠੀਕ ਹੈ ਜੀ, ਤਾਂ IP ਐਡਰੈਸ ਹੈ, ਤਾਂ ਇਹਦਾ ਜਿਹੜਾ ਆਨਸਰ ਹੈ ਇੱਥੇ ਆਪਾਂ ਨੂੰ ਜੇ ਸਿੰਪਲ IP ਐਡਰੈਸ ਪੁੱਛਿਆ ਤਾਂ ਇਹ ਮਤਲਬ ਇਹਦਾ ਕੀ ਮਤਲਬ ਹੈ, IP ਵਰਜ਼ਨ 4। ਠੀਕ ਹੈ ਜੀ, ਤਾਂ 4 ਹੈ ਮਤਲਬ ਤਾਂ ਇੱਕ ਮਤਲਬ 8 ਬਿੱਟਾਂ ਦੀ ਇੱਕ ਬਾਈਟ ਬਣਦੀ ਹੈ, ਤਾਂ ਇਹ 4 ਮਤਲਬ ਆਪਾਂ ਕਹਿ ਦਿੰਦੇ ਹਾਂ 4 ਬਿੱਟਸ ਦਾ ਇਹ, ਤਾਂ 8 ਚੌਕਾ 32, ਤਾਂ ਇਹਦਾ ਆਨਸਰ ਆਊਗਾ 1। ਜਿਹੜਾ IP ਐਡਰੈਸ ਜੇ ਤੁਹਾਨੂੰ ਸਿੰਪਲ ਪੁੱਛਿਆ ਜਾਊ ਕੁਐਸਚਨ ਦੇ ਵਿੱਚ ਤਾਂ ਉਹ ਹਮੇਸ਼ਾ 32 ਬਿੱਟ ਦਾ ਹੀ ਹੁੰਦਾ, ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। 8 ਚੌਕਾ 32 ਇਹ ਯਾਦ ਰੱਖਿਓ, IP ਵਰਜ਼ਨ 4 ਦੀ ਗੱਲ ਕਰ ਰਿਹਾ ਹੈ। ਜੇ ਤੁਹਾਨੂੰ ਸਪੈਸ਼ਲ ਲਿਖ ਕੇ ਪਾ ਰਿਹਾ ਹੈ ਕਿ IP ਵਰਜ਼ਨ 6 ਦੱਸੋ ਕਿੰਨੇ ਦਾ ਹੁੰਦਾ, ਤਾਂ ਉਹ ਹੁੰਦਾ ਆਪਣਾ 128 ਬਿੱਟ ਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਬਟ ਇਹਦਾ ਆਨਸਰ ਕੀ ਹੈ, ਇਹਦਾ ਆਨਸਰ ਨੰਬਰ 1 ਹੈ, 32 ਬਿੱਟ ਦਾ। ਠੀਕ ਹੈ ਜੀ, ਸਿੰਪਲ IP ਐਡਰੈਸ ਪੁੱਛਿਆ ਆਪਾਂ ਨੂੰ ਤਾਂ ਆਨਸਰ ਨੰਬਰ 1 ਆਊਗਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮੈਕ ਐਡਰੈਸ ਕਿੰਨੇ ਬਿੱਟ ਦਾ ਹੁੰਦਾ। ਮੈਕ ਐਡਰੈਸ ਕੰਟੇਨ ਹਾਊ ਮੈਨੀ ਬਿਟਸ, ਤਾਂ ਇਹ ਦੋਨੋਂ ਪੁੱਛੇ ਜਾਂਦੇ ਨੇ, ਤਾਂ ਕਰਕੇ ਮੈਂ ਇਹ ਕੁਐਸਚਨ ਇੱਥੇ ਰੱਖੇ ਨੇ, ਕਈ ਵਾਰੀ ਪੁੱਛੇ ਗਏ ਨੇ। ਠੀਕ ਹੈ ਜੀ, ਤਾਂ ਜਿਹੜਾ ਮੈਕ ਐਡਰੈਸ ਹੁੰਦਾ ਇਹ ਹੁੰਦਾ 48 ਬਿੱਟ ਦਾ। ਠੀਕ ਹੈ ਜੀ, ਆਨਸਰ ਨੰਬਰ 3 ਆਊਗਾ ਇਹਦਾ, ਇਹ ਵੀ ਤੁਸੀਂ ਯਾਦ ਰੱਖਿਓ, ਤਾਂ ਆਨਸਰ ਨੰਬਰ 3 ਆਊ। ਤਾਂ ਮੈਕ ਦਾ ਤੁਹਾਨੂੰ ਮੈਂ ਇੱਥੇ ਨੀਚੇ ਫੁੱਲ ਫਾਰਮ ਵੀ ਮੈਂਸ਼ਨ ਕੀਤੀ ਹੈ, ਮੀਡੀਆ ਐਕਸੈਸ ਕੰਟਰੋਲ। ਕਈ ਵਾਰੀ ਮੈਕ ਦੀ ਤੁਹਾਨੂੰ ਫੁੱਲ ਫਾਰਮ ਪੁੱਛ ਲੈਣ, ਮੀਡੀਆ ਐਕਸੈਸ ਕੰਟਰੋਲ। ਠੀਕ ਹੈ ਜੀ, ਕਿੰਨੇ ਬਿੱਟ ਦਾ ਹੁੰਦਾ, 48 ਬਿੱਟ ਦਾ, ਤਾਂ ਆਨਸਰ ਨੰਬਰ 3 ਆਊਗਾ। ਇਹ ਦੋਨੋਂ ਤੁਸੀਂ ਨੋਟ ਕਰ ਲਿਓ, ਬਹੁਤ ਵਾਰ ਪੁੱਛੇ ਗਏ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਤੀ ਪ੍ਰਥਾ ਦਾ ਖਾਤਮਾ ਕਿਸ ਨੇ ਕੀਤਾ। ਹੂ ਅਬੋਲਿਸ਼ਡ ਸਤੀ ਸਿਸਟਮ, ਲਾਰਡ ਡਲਹੌਜ਼ੀ, ਲਾਰਡ ਵਿਲੀਅਮ ਵੈਂਟਿਕ, ਲਾਰਡ ਇਰਵਿਨ ਜਾਂ ਲਾਰਡ ਵੈਲੇਸਲੀ। ਪਹਿਲਾਂ ਆਪਾਂ ਬਾਕੀ ਜਿੰਨੇ ਵੀ ਆਪਸ਼ਨ ਇਹਨਾਂ ਬਾਰੇ ਪੜ੍ਹਦੇ ਹਾਂ। ਲਾਰਡ ਡਲਹੌਜ਼ੀ ਨੇ ਡਾਕਟਰਾਈਨ ਆਫ ਲੈਪਸ ਦੀ ਨੀਤੀ ਵੀ ਚਲਾਈ ਸੀ। ਠੀਕ ਹੈ ਜੀ, ਅਤੇ 1849 ਦੇ ਵਿੱਚ, ਠੀਕ ਹੈ ਜੀ, ਇਹਨੇ ਆਪਣੇ ਮਤਲਬ ਪੰਜਾਬ ਨੂੰ ਵੀ ਇਹਨੇ ਅਨੈਕਸ ਕੀਤਾ ਸੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਜਿਹੜਾ ਲਾਰਡ ਇਰਵਿਨ ਹੈ 1931 ਦੇ ਵਿੱਚ ਕੀ ਹੋਇਆ ਸੀ, ਗਾਂਧੀ ਇਰਵਿਨ ਪੈਕਟ ਸਾਈਨ ਹੋਇਆ ਸੀ, ਇਹ ਵੀ ਤੁਸੀਂ ਯਾਦ ਰੱਖਣਾ, ਜਦੋਂ ਗੋਲ ਮੇਜ਼ ਸੰਮੇਲਨ ਆਪਣੇ ਚੱਲ ਰਹੇ ਸੀ, ਰਾਊਂਡ ਟੇਬਲ ਸਮਿਟ। ਠੀਕ ਹੈ ਜੀ, ਲਾਰਡ ਵੈਲੇਸਲੀ ਕੌਣ ਹੈ, ਜਿਹਨੇ ਆਪਣਾ ਕੀ ਚਲਾਇਆ ਸੀ, ਸਬਸਿਡਰੀ ਅਲਾਇੰਸ, ਸਹਾਇਕ ਸੰਧੀ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 2 ਆਊਗਾ, ਲਾਰਡ ਵਿਲੀਅਮ ਵੈਂਟਿਕ। ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ, ਬਹੁਤ ਚੰਗੀ ਗੱਲ ਕੀਤੀ ਸੀ। ਕਦੋਂ ਕੀਤਾ ਸੀ, 1829 ਦੇ ਵਿੱਚ। ਇਹਦੇ ਵਿੱਚ ਆਪਣੇ ਇੰਡੀਅਨਸ ਨੇ ਇਹਨਾਂ ਦਾ ਸਾਥ ਦਿੱਤਾ ਸੀ। ਠੀਕ ਹੈ ਜੀ, ਲਾਰਡ ਵਿਲੀਅਮ ਵੈਂਟਿਕ ਦਾ 1829 ਦੇ ਵਿੱਚ, ਤਾਂ ਆਨਸਰ ਨੰਬਰ 2 ਆਊਗਾ। ਕਿਹਨਾਂ ਨੇ ਦਿੱਤਾ ਸੀ, ਰਾਜਾ ਰਾਮ ਮੋਹਨ ਰਾਏ, ਜਿਨ੍ਹਾਂ ਨੇ ਕੀ ਚਲਾਇਆ ਸੀ 1828 ਦੇ ਵਿੱਚ, ਕੀ ਚਲਾਇਆ ਸੀਗਾ, ਬ੍ਰਹਮੋ ਸਮਾਜ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬ੍ਰਹਮੋ ਸਮਾਜ ਦੇ ਸੰਸਥਾਪਕ ਨੇਗੇ ਆਪਣੇ ਰਾਜਾ ਰਾਮ ਮੋਹਨ ਰਾਏ। ਠੀਕ ਹੈ ਜੀ, ਤਾਂ ਇਹ ਤੁਸੀਂ ਮਤਲਬ ਸਪੈਲਿੰਗ ਵਗੈਰਾ ਤੁਸੀਂ ਸਹੀ ਕਰ ਲਿਆ ਕਰੋ, ਕਿਉਂਕਿ ਇੱਥੇ ਲਿਖਣ ਦੇ ਵਿੱਚ ਥੋੜ੍ਹੀ ਪ੍ਰੋਬਲਮ ਆਉਂਦੀ ਹੈ, ਤਾਂ ਕਰਕੇ ਬਸ ਤੁਸੀਂ ਇਹ ਚੀਜ਼ ਜੋ ਮੈਂ ਬੋਲਦਾ ਉਹ ਚੀਜ਼ ਨੂੰ ਤੁਸੀਂ ਨੋਟ ਜ਼ਰੂਰ ਕਰ ਲਿਆ ਕਰੋ। ਤਾਂ ਰਾਜਾ ਰਾਮ ਮੋਹਨ ਰਾਏ ਨੇ ਇਹਨਾਂ ਦਾ ਬਹੁਤ ਸਾਥ ਦਿੱਤਾ ਸੀ, ਲਾਰਡ ਵਿਲੀਅਮ ਬੈਂਟਿਕ ਦਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਕਿਸ ਨੂੰ ਆਪਣੀ ਖੇਤਰੀ ਸਰਕਾਰ ਦਾ ਪਿਤਾਮਾ ਕਿਹਾ ਜਾਂਦਾ ਹੈ, ਤਾਂ ਇੰਗਲਿਸ਼ ਦੇ ਵਿੱਚ ਤੁਸੀਂ ਇਹਨੂੰ ਪੜ੍ਹ ਸਕਦੇ ਹੋ, ਫਾਦਰ ਆਫ ਲੋਕਲ ਸੈਲਫ ਗਵਰਨਮੈਂਟ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਪੁੱਛਿਆ ਗਿਆ। ਠੀਕ ਹੈ ਜੀ, ਤਾਂ ਲਾਰਡ ਲਿਟਨ, ਲਾਰਡ ਰਿਪਨ, ਲਾਰਡ ਡਫਰਿਨ ਜਾਂ ਲਾਰਡ ਕਰਜ਼ਨ। ਠੀਕ ਹੈ ਜੀ, ਤਾਂ ਇਹ ਸਾਰਿਆਂ ਬਾਰੇ ਆਪਾਂ ਪੜ੍ਹਦੇ ਹਾਂ। ਤਾਂ ਆਪਸ਼ਨ ਆਪਾਂ ਇੱਕ ਵੀ ਨਹੀਂ ਛੱਡਣਾ, ਤਾਂ ਕਰਕੇ ਮੈਂ ਇਹਦੇ ਵਿੱਚ ਹੁਣ 15 ਕੁਐਸਚਨ ਹੀ ਮਤਲਬ ਤੁਹਾਡੇ ਲਈ ਲੈ ਕੇ ਆਉਣਾ, ਕਿਉਂਕਿ 15 ਕੁਐਸਚਨ ਦੇ ਵਿੱਚ ਆਪਾਂ ਨਾਲ ਬਹੁਤ ਸਾਰੇ ਕੁਐਸਚਨ ਡਿਸਕਸ ਕਰ ਲੈਂਦੇ ਹਾਂ। 35 ਤੋਂ 40 ਕੁਐਸਚਨ ਆਪਣੇ ਡਿਸਕਸ ਹੋ ਜਾਂਦੇ ਨੇ, ਕਿਉਂਕਿ ਆਪਾਂ ਇੱਕ ਵੀ ਆਪਸ਼ਨ ਆਪਾਂ ਮਿਸ ਨਹੀਂ ਕਰਦੇ। ਤਾਂ ਇਹ ਸਾਰੇ ਤੁਸੀਂ ਨਾਲ ਨੋਟ ਕਰਦੇ ਜਾਓ। ਠੀਕ ਹੈ ਜੀ, ਤਾਂ ਲਾਰਡ ਲਿਟਨ, ਲਾਰਡ ਰਿਪਨ, ਲਾਰਡ ਡਫਰਿਨ ਜਾਂ ਲਾਰਡ ਕਰਜ਼ਨ। ਤਾਂ ਲਾਰਡ ਕਰਜ਼ਨ ਦੇ ਵੇਲੇ ਕੀ ਹੋਇਆ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਕੀ ਹੋਇਆ ਸੀ, 1905 ਦੇ ਵਿੱਚ ਬੰਗਾਲ ਦਾ ਵਿਭਾਜਨ ਹੋਇਆ ਸੀ। ਠੀਕ ਹੈ ਜੀ, ਡਿਵਾਈਡੇਸ਼ਨ ਆਫ ਬੰਗਾਲ। ਠੀਕ ਹੈ ਜੀ, ਤਾਂ ਲਾਰਡ ਡਫਰਿਨ ਦੇ ਟਾਈਮ 'ਤੇ ਕੀ ਹੋਇਆ ਸੀ, 1885 ਦੀ ਗੱਲ ਕਰ ਰਹੇ ਇਹ। ਤਾਂ ਲਾਰਡ ਡਫਰਿਨ ਦੇ ਟਾਈਮ 'ਤੇ ਕੀ ਬਣਿਆ ਸੀ, ਆਪਣੀ ਕਾਂਗਰਸ ਬਣੀ ਸੀ, ਇਹ ਯਾਦ ਰੱਖਿਓ। ਇਹ ਸਾਰੇ ਆਪਸ਼ਨ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ, ਤਾਂ ਕਾਂਗਰਸ ਬਣੀ ਸੀ ਆਪਣੀ ਲਾਰਡ ਡਫਰਿਨ ਦੇ ਟਾਈਮ 'ਤੇ। ਤਾਂ ਇਹਨਾਂ ਦੇ ਵਿੱਚ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ। ਲਾਰਡ ਰਿਪਨ ਨੂੰ ਕਿਹਾ ਜਾਂਦਾ, ਲਾਰਡ ਰਿਪਨ ਮਤਲਬ ਇੱਕ ਚੰਗੇ ਮਾਈਂਡ ਦਾ ਬੰਦਾ ਸੀ, ਬਟ ਜਿਹੜਾ ਲਾਰਡ ਲਿਟਨ ਸੀ ਇਹ ਬਹੁਤ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕੱਟੜ ਬੰਦਾ ਸੀ ਇਹ। ਤਾਂ ਇਹਨੇ ਕੀ ਕਰਿਆ ਸੀ, ਇਹਨੇ ਮਤਲਬ ਇੱਕ ਤਾਂ ਵਰਨਾਕਿਊਲਰ ਪ੍ਰੈਸ ਐਕਟ ਚਲਾਇਆ ਸੀ, ਇਹ ਬਹੁਤ ਪੁੱਛਿਆ ਜਾਂਦਾ। ਠੀਕ ਹੈ ਜੀ, ਤਾਂ ਵਰਨਾਕਿਊਲਰ ਪ੍ਰੈਸ ਐਕਟ। ਠੀਕ ਹੈ ਜੀ, ਤਾਂ ਪ੍ਰੈਸ ਐਕਟ ਮਤਲਬ
ਕਿ ਜਿਹੜਾ ਆਪਣਾ ਅਖਬਾਰ ਹੈ ਉਹ ਆਪਣੀ ਆਪਾਂ ਲੋਕਲ ਭਾਸ਼ਾ ਦੇ ਵਿੱਚ ਨਹੀਂ ਛਾਪ ਸਕਦੇ। ਅੰਗਰੇਜ਼ਾਂ ਦੇ ਵਿਰੁੱਧ ਆਪਾਂ ਇੱਕ ਵੀ ਵਰਡ ਨਹੀਂ ਲਿਖ ਸਕਦੇ। ਤਾਂ ਇਹ ਵਰਨਾਕੂਲਰ ਪ੍ਰੈਸ ਐਕਟ ਸੀ, ਮਤਲਬ ਲੋਕਲ ਭਾਸ਼ਾ ਦੇ ਉੱਤੇ ਇਹਨੇ ਬੈਨ ਲਾਤਾ ਸੀ ਬੰਦੇ ਨੇ। ਇੱਕ ਇਹਨੇ ਆਰਮਜ਼ ਐਕਟ ਚਲਾਇਆ ਸੀ, ਠੀਕ ਹੈ ਜੀ। ਆਰਮਜ਼ ਐਕਟ ਮਤਲਬ ਹਥਿਆਰ ਨਹੀਂ ਆਪਾਂ ਰੱਖ ਸਕਦੇ, ਠੀਕ ਹੈ ਜੀ। ਤਾਂ ਆਰਮਜ਼ ਐਕਟ ਵੀ ਇਹਨੇ ਚਲਾਇਆ ਸੀ ਲਾਰਡ ਲਿਟਨ ਨੇ। ਬਟ ਲਾਰਡ ਰਿਪਨ ਨੇ ਇਹ ਦੋਨੋਂ ਜਿਹੜੇ ਇਹ ਰਿਪੀਲ ਕਰ ਮਤਲਬ ਖ਼ਤਮ ਕਰਤੇ ਸੀ। ਇਹ ਤੁਸੀਂ ਯਾਦ ਰੱਖਣਾ। ਤਾਂ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਕਿਹਨੂੰ ਕਿਹਾ ਜਾਂਦਾ? ਉਹ ਕਿਹਾ ਜਾਂਦਾ ਲਾਰਡ ਰਿਪਨ। ਆਨਸਰ ਨੰਬਰ 2 ਆਊਗਾ, ਬਹੁਤ ਇੰਪੋਰਟੈਂਟ ਹੈ। ਤਾਂ ਆਨਸਰ ਨੰਬਰ 2। ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹਦਾ ਆਪਾਂ ਇੱਥੇ ਐਂਡ ਕਰਦੇ ਹਾਂ। ਆਪਾਂ ਬਹੁਤ ਸਾਰੇ ਕੁਐਸਚਨ ਆ ਜਿਹੜੇ ਇਹਦੇ ਵਿੱਚ ਡਿਸਕਸ ਕਰ ਲਏ ਨੇ, ਅਤੇ ਸਾਰੇ ਤੁਸੀਂ ਇਹਦੇ ਨੋਟਸ ਜ਼ਰੂਰ ਬਣਾ ਲਿਓ। ਇੱਕ ਇੱਕ ਪੁਆਇੰਟ ਤੁਹਾਡੇ ਲਈ ਬਹੁਤ ਕੀਮਤੀ ਹੈ, ਕਿਉਂਕਿ ਤੁਹਾਨੂੰ ਖੁਦ ਵੀ ਪਤਾ ਜਿਹੜੇ ਤੁਸੀਂ ਬੱਚੇ ਪੇਪਰ ਦੇਣ ਜਾਂਦੇ ਹੋ, ਤੁਸੀਂ ਇਹ ਚੈੱਕ ਵੀ ਕੀਤਾ ਹੋਣਾ ਕਿ ਇਹ ਕੁਐਸਚਨ ਕਿੰਨੇ ਵਾਰ ਆਏ ਹੋਏ ਨੇ, ਠੀਕ ਹੈ ਜੀ। ਅਤੇ ਅੱਗੇ ਵੀ ਤੁਹਾਨੂੰ ਇਹ ਪੁੱਛੇ ਜਾਣਗੇ। ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਨੋਟਸ ਆਪਣੇ ਖੁਦ ਬਣਾਓ, ਕਿਸੇ 'ਤੇ ਵੀ ਡਿਪੈਂਡੇਬਲ ਨਾ ਹੋ, ਠੀਕ ਹੈ ਜੀ। ਤਾਂ ਨੋਟਸ ਆਪਣੇ ਖੁਦ ਤਿਆਰ ਕਰੋ। ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਇਹਨਾਂ ਨੂੰ ਲਾਈਕ ਕਰਦੇ ਕਰੋ, ਅੱਗੇ ਸ਼ੇਅਰ ਕਰਦੇ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ, ਠੀਕ ਹੈ ਜੀ, ਕਿ ਤੁਹਾਨੂੰ ਕਿਵੇਂ ਲੱਗੀ ਸਾਡੀ ਵੀਡੀਓ, ਠੀਕ ਹੈ ਜੀ, ਕਿਵੇਂ ਤੁਹਾਨੂੰ ਕੰਟੈਂਟ ਲੱਗਿਆ। ਤਾਂ ਅੱਗੇ ਵੀ ਤੁਹਾਡੇ ਲਈ ਆਪਾਂ ਪੂਰੀ ਮਿਹਨਤ ਅਤੇ ਮੁਸ਼ੱਕਤ ਦੇ ਨਾਲ ਤੁਹਾਡੇ ਅੱਗੇ ਆਪਾਂ ਵੀਡੀਓਜ਼ ਲੈ ਕੇ ਆਵਾਂਗੇ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।